ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਤੇ ਉਹਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਇਹ ਬੜੇ ਦੁੱਖ ਵਾਲੀ ਗੱਲ ਹੈ ਕਿ ਮਲਕਾ ਬਰਤਾਨੀਆ ਇਸ ਦੁਨੀਆ ਵਿੱਚ ਨਹੀਂ ਰਹੇ ਤੇ ਬਰਤਾਨੀਆ ਦੇ ਨਵੇਂ ਬਾਦਸ਼ਾਹ ਨੇ ਪ੍ਰਿੰਸ ਚਾਰਲਿਸ। ਪਤਾ ਨਹੀਂ ਕਿਉਂ ਇਸ ਹਵਾਲੇ ਦੇ ਨਾਲ ਇਸ ਸੋਗਵਾਰੀ ਦੇ ਆਲਮ ਵਿੱਚ ਮੈਨੂੰ ਲੰਦਨ ਯਾਦ ਆ ਗਿਆ, ਬਰਤਾਨੀਆ ਯਾਦ ਆ ਗਿਆ, UK ਯਾਦ ਆ ਗਿਆ, ਜਾਂ ਜੋ ਮਰਜ਼ੀ ਸਮਝ ਲਓ, 7 ਸਮੁੰਦਰ ਪਾਰ ਯਾਦ ਆ ਗਿਆ। ਸਾਡੇ ਇੱਕ ਬੇਲੀ ਹੁੰਦੇ ਸਨ ਮੁਨੱਵਰ ਸ਼ਾਹ ਸਾਹਿਬ। ਉਹ ਕੀ ਕਹਿਣਾ ਚਾਹੀਦਾ ਹੈ ਕਿ ਇਸ ਦੁਨੀਆ 'ਚ ਨਹੀਂ ਰਹੇ। ਮੇਰੇ ਕਹਿਣ ਦਾ ਮਤਲਬ ਹੈ ਦੁਨੀਆ 'ਚ ਇਸ ਲਈ ਨਹੀਂ ਰਹਿ ਕਿ ਉਹਨਾਂ ਦਾ ਵਿਆਹ ਹੋ ਗਿਆ। ਤੇ ਇਹ ਗੱਲ ਹੈ ਮੁਨੱਵਰ ਸ਼ਾਹ ਸਾਹਿਬ ਦੀ ਕਿ ਉਹ ਅਜਮੇਰ ਰੋਡ ਤੇ ਜਾ ਰਹੇ ਸਨ ਕਿ ਅਚਾਨਕ ਜਿਹੜੀ ਹੈ ਇੱਕ ਗੱਡੀ ਉਹਨਾਂ ਦੀ ਗੱਡੀ ਵਿੱਚ ਵੱਜੀ ਤੇ ਸ਼ਾਹ ਹੋਰਾਂ ਦੀ ਗੱਡੀ ਜਿਹੜੀ ਹੈ ਉਹ ਫੁੱਟਪਾਥ ਤੇ ਚੜ੍ਹ ਗਈ। ਗੱਡੀ ਜਿਸ ਨੇ ਟੱਕਰ ਮਾਰੀ ਸੀ ਉਹ ਗਾਇਬ ਹੋ ਗਈ। ਪੁਲਿਸ ਵਾਲੇ ਆਏ, ਉਹਨਾਂ ਨੇ ਪੁੱਛਿਆ ਕਿ ਤੂੰ ਉਸ ਗੱਡੀ ਦਾ ਨੰਬਰ ਨੋਟ ਕੀਤਾ? ਉਹ ਸ਼ਾਹ ਜੀ ਕਹਿੰਦੇ ਸਾਨੂੰ ਤਾਂ ਆਪਣੀ ਹੋਸ਼ ਨਹੀਂ ਆਉਂਦੀ, ਅਸੀਂ ਕਿੱਥੋਂ ਉਸ ਗੱਡੀ ਦਾ ਨੰਬਰ ਨੋਟ ਕਰਨਾ ਸੀ। ਉਹਨਾਂ ਨੇ ਕੋਈ ਨਿਸ਼ਾਨੀ ਜਿਸ 'ਤੇ ਸ਼ੱਕ ਹੋਵੇ ਜਾਂ ਇਸ ਤਰ੍ਹਾਂ ਦੀ ਸ਼ਕਲ ਸੀ ਜਿਹਨੇ ਅੱਗੇ ਗੱਡੀ ਵਿੱਚ ਗੱਡੀ ਠੋਕੀ। ਤੇ ਸ਼ਾਹ ਹੋਰਾਂ ਨੇ ਫਰਮਾਇਆ ਕਿ ਜਨਾਬ ਉਸ ਗੱਡੀ ਦੇ ਵਿੱਚ ਹੋਰ ਤਾਂ ਮੈਨੂੰ ਕੋਈ ਪਤਾ ਨਹੀਂ, ਲੇਕਿਨ ਉਸ ਗੱਡੀ ਦੇ ਵਿੱਚ ਲੇਡੀ ਡਿਆਨਾ ਸਵਾਰ ਸੀ। ਪੁਲਿਸ ਵਾਲੇ ਹੱਸ ਪਏ। ਇੱਕੋ ਆਲਾ ਜਿਹਾ ਹੁੰਦਾ ਉੱਥੇ, ਉਹ ਛੂੰ ਕਰਕੇ ਸੁਣਾਉਂਦੇ ਨੇ ਕਿ ਅਗਰ ਕੋਈ ਅਲਕੋਹਲ ਤੁਹਾਡੇ ਅੰਦਰ ਇੱਕ ਪੁਆਇੰਟ ਵੀ ਗਿਆ ਤੇ ਉਹ ਪਤਾ ਲੱਗ ਜਾਂਦਾ ਕਿ ਇਹਨੇ ਜਿਹੜਾ ਕੋਈ ਨਾ ਕੋਈ ਗਲਾਸੀ ਛਿੱਕੀ ਹੈ। ਉਹ ਆਲਾ ਵੀ ਲਾ ਕੇ ਉਹਨਾਂ ਨੇ ਚੈੱਕ ਕੀਤਾ। ਉਹ ਸ਼ਾਹ ਸਾਹਿਬ ਸ਼ਰੀਫ ਆਦਮੀ, ਕਦੀ ਕਦਾਰ ਲੱਸੀ ਪੀਣ ਵਾਲੇ, ਗਲਾਸੀਆਂ ਲਾਉਣ ਵਾਲੇ, ਉਹ ਕਿੱਥੋਂ ਅੰਦਰੋਂ ਅਲਕੋਹਲ ਦੀ ਸਮੈਲ ਆਉਣੀ ਸੀ ਜਾਂ ਪਤਾ ਲੱਗਣਾ ਸੀ ਉਸ ਆਲੇ ਤੋਂ ਕਿ ਇਹਨਾਂ ਨੇ ਕੁਝ ਖਾਧਾ ਪੀਤਾ। ਉਹ ਫਿਰ ਪੁਲਿਸ ਵਾਲਿਆਂ ਨੇ ਪੁੱਛਿਆ ਕਿ ਉਹ ਜਿਹੜੀ ਗੱਡੀ ਤੇਰੀ ਗੱਡੀ ਦੇ ਵਿੱਚ ਠੋਕ ਕੇ ਗਿਆ ਬੰਦਾ, ਉਹਨੇ ਕਿਹਾ ਬੰਦਾ ਨਹੀਂ, ਲੇਡੀ ਡਿਆਨਾ। ਉਹਨੇ ਕਿਹਾ ਅੱਛਾ ਲੇਡੀ ਡਿਆਨਾ, ਕੀ ਗਰੰਟੀ ਹੈ ਕਿ ਉਹ ਵਾਕਈ ਲੇਡੀ ਡਿਆਨਾ ਸੀ? ਉਹ ਕਹਿੰਦਾ ਕਿ ਜਨਾਬ ਮੈਂ ਤੇ ਉਹਦਾ ਫੈਨ ਆ, ਲੇਡੀ ਡਿਆਨਾ ਦਾ, ਬਲਕਿ ਇਹੀ ਸਮਝ ਲਓ ਕਿ ਪੈਡਿਸਟਲ ਫੈਨ ਆ, ਟੇਬਲ ਫੈਨ ਆ, ਸੀਲਿੰਗ ਫੈਨ ਆ ਲੇਡੀ ਡਿਆਨਾ ਦਾ। ਮੈਂ ਕਿਵੇਂ ਭੁੱਲ ਸਕਦਾ ਕਿ ਉਹ ਲੇਡੀ ਡਿਆਨਾ ਸੀ ਜਾਂ ਕੋਈ ਹੋਰ ਸੀ। ਜਿਹੜਾ ਮੇਰਾ ਬਟਵਾ ਚੈੱਕ ਕਰ ਲਓ, ਉਹਦੇ 'ਚ ਵੀ ਲੇਡੀ ਡਿਆਨਾ ਦੀ ਫੋਟੋ ਹੈ। ਮੇਰੇ ਘਰ ਜਾ ਕੇ ਤੁਸੀਂ ਵੇਖ ਲਓ, ਉੱਥੇ ਵੀ ਲੇਡੀ ਡਿਆਨਾ ਦੀਆਂ ਫੋਟੋਆਂ ਲੱਗੀਆਂ ਨੇ। ਤੇ ਦਿਲ ਵਿੱਚ ਝਾਤੀ ਮਾਰੋ ਤਾਂ ਸ਼ਾਇਦ ਤੁਹਾਨੂੰ ਲੇਡੀ ਡਿਆਨਾ ਦੀ ਫੋਟੋ ਉੱਥੇ ਵੀ ਲੱਭ ਜਾਏ। ਉਹਨਾਂ ਨੇ ਆਖਿਆ ਸੋਚ ਲੈ, ਇਹ ਨਾ ਹੋਵੇ ਕਿਤੇ ਰਾਇਲ ਫੈਮਿਲੀ ਦੇ ਉੱਤੇ ਤੂੰ ਇਹ ਜਿਹੜਾ ਇਲਜ਼ਾਮ ਲਾ ਰਹੇ ਆ ਕਿ ਲੇਡੀ ਡਿਆਨਾ ਨੇ ਤੇਰੀ ਗੱਡੀ ਵਿੱਚ ਗੱਡੀ ਠੋਕੀ ਤੇ ਕੱਲ ਨੂੰ ਤੈਨੂੰ ਲੈਣ ਦੇ ਦੇਣ ਨਾ ਪੈ ਜਾਣ। ਉਹਨੇ ਕਿਹਾ ਮਾਈ ਬਾਪ, ਜਿਵੇਂ ਸੂਰਜ ਮਗਰਬ 'ਚੋਂ ਨਹੀਂ ਨਿਕਲ ਸਕਦਾ, ਮਸ਼ਰਕ 'ਚੋਂ ਨਿਕਲਦਾ ਹੈ, ਤੇ ਐਵੇਂ ਵੀ ਮੇਰੀ ਗੱਲ ਜਿਹੜੀ ਹੈ ਉਹ 16 ਨੇ 100 ਪੈਸੇ ਠੀਕ ਹੈ ਕਿ ਮੇਰੀ ਗੱਡੀ ਦੇ ਵਿੱਚ ਜਿਸ ਦੀ ਗੱਡੀ ਵੱਜੀ ਸੀ ਉਹਦੇ ਵਿੱਚ ਲੇਡੀ ਡਿਆਨਾ ਮੌਜੂਦ ਸੀ। ਉਹ ਪੁਲਿਸ ਵਾਲੇ ਕਦੀ ਸੱਚੀ ਮੁੱਚੀ ਮੁਸਕਰਾਉਣ, ਕਦੀ ਮੂੰਹ ਲੁਕੋ ਕੇ ਮੁਸਕਰਾਉਣ। ਉਹਨੇ ਕਿਹਾ ਕਿ ਇਹ ਦੇਸੀ ਦਾ ਜਿਹੜਾ ਹੈ ਨਾ ਕੋਈ ਪੇਚ ਜਿਹੜਾ ਲੂਜ਼ ਹੈ। ਅਜੇ ਇਹ ਗੱਲਬਾਤ ਚੱਲ ਹੀ ਰਹੀ ਸੀ ਕਿ ਬਕਿੰਗਮ ਪੈਲੇਸ ਤੋਂ ਫੋਨ ਆਇਆ। ਉਹਨਾਂ ਨੇ ਦੱਸਿਆ ਕਿ ਲੇਡੀ ਡਿਆਨਾ ਦੀ ਗੱਡੀ ਜਿਹੜੀ ਹੈ ਉਹ ਕਿਸੇ ਨੂੰ ਬਚਾਉਣ ਦੀ ਖਾਤਰ ਉਹਨੇ ਥੋੜ੍ਹੀ ਜਿਹੀ ਮੋੜੀ ਤੇ ਉਹ ਜਿਹੜੀ ਹੈ ਇਸ ਏਸ਼ੀਅਨ ਦੀ ਗੱਡੀ ਦੇ ਨਾਲ ਉਹ ਗੱਡੀ ਜਾ ਵੱਜੀ ਹੈ। ਪੁਲਿਸ ਵਾਲਿਆਂ ਨੂੰ ਫਿਰ ਯਕੀਨ ਆਇਆ ਕਿ ਵਾਕਈ ਮੁਨੱਵਰ ਸ਼ਾਹ ਸਾਹਿਬ ਜਿਹੜੇ ਨੇ ਉਹ ਸਹੀ ਫਰਮਾਉਂਦੇ ਨੇ। ਉਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਆਖਿਆ ਕਿ ਸਾਡੇ ਕੋਲੋਂ ਉਹਨਾਂ ਨੇ ਇਹ ਪੁੱਛਿਆ ਕਿ ਉਸ ਨੌਜਵਾਨ ਤੋਂ ਪੁੱਛੋ ਕਿ ਉਹ ਇੰਸ਼ੋਰੈਂਸ ਕਲੇਮ ਕਰਨਾ ਚਾਹੁੰਦਾ ਹੈ ਜਾਂ ਲੇਡੀ ਡਿਆਨਾ ਦੇ ਖਿਲਾਫ ਜਿਹੜਾ ਹੈ ਕੋਈ ਕੇਸ ਕਰਨਾ ਚਾਹੁੰਦਾ ਹੈ, ਕਿਉਂਕਿ ਇਹ ਬਰਤਾਨੀਆ ਹੈ, ਇੱਥੇ ਕਾਨੂੰਨ ਦੀ ਹਾਕਮੀਅਤ ਹੈ।
ਇਹ ਨਹੀਂ ਹੋ ਸਕਦਾ ਕਿ ਬੰਦਾ ਕੋਈ ਰਾਇਲ ਫੈਮਿਲੀ ਦਾ ਹੋਵੇ, ਕੋਈ ਕਸੂਰ ਕਰ ਜਾਏ ਤੇ ਉਹ ਕਾਨੂੰਨ ਤੋਂ ਕੋਈ ਬਾਲਾਦਸਤ ਹੈ, ਉੱਚਾ ਹੈ ਜਿਹੜਾ। ਹੋਇਆ ਕਿ ਮੇਰੇ ਖਿਆਲ ਹੈ 5-7 ਦਿਨਾਂ ਦੇ ਵਿੱਚ ਸ਼ਾਹ ਸਾਹਿਬ ਨੇ ਕੋਈ 13,000 ਪਾਉਂਡ ਦਾ ਨੁਸਖਾ ਬਣਾਇਆ ਜੋ ਗੱਡੀ ਦਾ ਨੁਕਸਾਨ ਹੋਇਆ ਸੀ। ਉਹਨਾਂ ਨੇ ਵਰਕਸ਼ਾਪ ਦੀ ਰਸੀਦ ਪੇਸ਼ ਕੀਤੀ ਤੇ ਕੁਝ ਦਿਨਾਂ ਦੇ ਵਿੱਚ ਹੀ ਉਹਨਾਂ ਨੂੰ ਉਹਨਾਂ ਦੀ ਗੱਡੀ ਦਾ ਜਿਹੜਾ ਨੁਕਸਾਨ ਹੋਇਆ ਸੀ ਉਹਦਾ ਚੈੱਕ ਮਿਲ ਗਿਆ। ਕਹਿਣ ਦਾ ਮਕਸਦ ਇਹ ਹੈ ਕਿ ਉਹਨਾਂ ਨੇ ਇਹ ਨਹੀਂ ਵੇਖਿਆ ਕਿ ਰਾਇਲ ਫੈਮਿਲੀ ਦੀ ਇੱਕ ਪ੍ਰਿੰਸੈਸ ਜਿਹੜੀ ਹੈ ਉਹ ਕਾਨੂੰਨ ਤੋਂ ਬਾਲਾਤਰ ਹੋ ਸਕਦੀ ਹੈ। ਉਹ ਕਾਨੂੰਨ ਦੇ ਤਕਾਜ਼ਿਆਂ ਦੇ ਮੁਤਾਬਕ ਉਹਨਾਂ ਨੇ ਪੁੱਛਿਆ ਕਿ ਸਿਰਫ ਇੰਸ਼ੋਰੈਂਸ ਚਾਹੀਦੀ ਹੈ, ਉਹ ਤਾਂ ਦੇਣੀ ਹੈ ਕਿ ਜੋ ਵੀ ਨੁਕਸਾਨ ਹੋਇਆ ਹੈ ਉਹ ਬਕਿੰਗਮ ਪੈਲੇਸ ਉਹਦੀ ਅਦਾਇਗੀ ਕਰੇਗਾ। ਲੇਕਿਨ ਅਗਰ ਉਸ ਨੂੰ ਕੋਈ ਜ਼ਿਹਨੀ ਸਦਮਾ ਪਹੁੰਚਿਆ ਹੈ ਜਾਂ ਉਹ ਸਮਝਦਾ ਹੈ ਕਿ ਜਿਹੜਾ ਹੈ ਨਾ ਕਿ ਉਸ ਨੂੰ ਕੋਰਟ ਵਿੱਚ ਜਾਣਾ ਚਾਹੀਦਾ ਹੈ, ਲੇਡੀ ਡਿਆਨਾ ਦੇ ਖਿਲਾਫ ਕੇਸ ਕਰਨਾ ਚਾਹੀਦਾ ਹੈ, ਤੇ ਸਾਡੇ ਵੱਲੋਂ ਇਜਾਜ਼ਤ ਹੈ, ਉਹ ਇਨਸਾਫ ਦੇ ਲਈ ਅਦਾਲਤ ਜਾ ਸਕਦਾ ਹੈ। ਔਰ ਇਹ ਬਕਿੰਗਮ ਪੈਲੇਸ ਦੇ ਜਿਹੜੇ ਹੁਕਾਮ ਜਿਹੜੇ ਨੇ ਉਹਨਾਂ ਦੇ ਮੁਤਾਬਕ ਲੇਡੀ ਡਿਆਨਾ ਨੇ ਮੰਨਿਆ ਹੈ ਕਿ ਕਸੂਰ ਉਸੇ ਦਾ ਸੀ, ਲੇਕਿਨ ਕਸੂਰ ਵੀ ਇਸ ਹਿਸਾਬ ਨਾਲ ਸੀ ਕਿ ਉਸਨੇ ਕਿਸੇ ਰਾਹੀ ਨੂੰ ਜਿਹੜਾ ਕਿ ਸੜਕ ਪਾਰ ਕਰ ਰਿਹਾ ਸੀ ਉਹਨੂੰ ਬਚਾਉਣ ਦੇ ਵਿੱਚ ਗੱਡੀ ਨੂੰ ਥੋੜ੍ਹਾ ਜਿਹਾ ਮੋੜਿਆ ਤੇ ਗੱਡੀ ਜਿਹੜੀ ਹੈ ਉਹ ਮੁਨੱਵਰ ਸ਼ਾਹ ਸਾਹਿਬ ਦੀ ਗੱਡੀ ਦੇ ਪਿੱਛੇ ਜਾਓ ਜੀ। ਹੁਣ ਤੁਸੀਂ 7 ਸਮੁੰਦਰ ਪਾਰੋਂ ਭਾਵੇਂ ਪੈਦਲ ਆਓ, ਭਾਵੇਂ ਸਾਈਕਲ ਤੇ ਆਓ, ਭਾਵੇਂ ਹਵਾਈ ਜਹਾਜ਼ ਤੇ ਆਓ, ਬੈਰੀ ਜਹਾਜ਼ ਤੇ ਆਓ, ਮੋਟਰਸਾਈਕਲ ਤੇ ਆਓ, ਚਿੰਗਚੀ ਤੇ ਆਓ, ਆ ਜਾਓ। ਇੱਥੇ ਕੋਈ ਨਿੱਕਾ ਜਿਹਾ ਵੀ ਕਾਉਂਸਲਰ, ਮੇਰੇ ਕਹਿਣ ਦਾ ਮਤਲਬ ਇਹ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈ, ਨਿੱਕਾ ਜਿਹਾ ਕਹਿਣ ਤੋਂ ਮੁਰਾਦ ਹੈ ਕਿਉਂਕਿ ਸਾਡਾ ਕਾਉਂਸਲਰ ਤਾਂ ਚੰਗਾ ਭਲਾ ਸ਼ਹਿਨਸ਼ਾਹ ਹੁੰਦਾ, MPMNA ਤਾਂ ਉਸ ਤੋਂ ਵੱਡਾ ਸ਼ਹਿਨਸ਼ਾਹ ਹੁੰਦਾ। ਜੇ ਬੰਦਾ ਮਿਨਿਸਟਰ ਹੋਵੇ ਤਾਂ ਸਮਝੋ ਉਸ ਤੋਂ ਹੀ ਵੱਡਾ ਬਾਦਸ਼ਾਹ ਹੁੰਦਾ ਜਿਹੜਾ। ਕਿ ਇੱਥੇ ਕੋਈ ਵੀ ਕੌਂਸਲ ਲੈਵਲ ਦਾ ਬੰਦਾ ਜਾ ਰਿਹਾ ਹੋਵੇ, ਤੁਸੀਂ ਉਹਦੇ ਮੋਟਰਸਾਈਕਲ ਦੇ ਕੋਲੋਂ ਦੀ ਉਹਨੂੰ ਕ੍ਰਾਸ ਕਰਕੇ ਥੋੜ੍ਹਾ ਜਿਹਾ ਅੱਗੇ ਜਾਓਗੇ ਤੇ ਇਨਸ਼ਾਅੱਲਾ ਤਾਲਾ ਤੁਸੀਂ ਘਰ ਨਹੀਂ ਪਹੁੰਚੋਗੇ, ਸਿੱਧਾ ਥਾਣੇ ਪਹੁੰਚੋਗੇ। ਉਹ ਪੁੱਛਣਗੇ ਕਿ ਤੈਨੂੰ ਇੰਨੀ ਜੁਰਤ ਕਿਵੇਂ ਹੋਈ ਕਿ ਤੂੰ ਕੌਂਸਲਰ ਸਾਹਿਬ ਦੀ ਮੋਟਰਸਾਈਕਲ ਨੂੰ ਉਹਨਾਂ ਦੇ ਕੋਲੋਂ ਟੱਪਿਆ ਤੇ ਉਹਨਾਂ ਨੂੰ ਜਨਾਬ ਕ੍ਰਾਸ ਕਰਕੇ ਲੰਘਿਆ। ਤੇਰਾ ਬਹੁਤ ਵੱਡਾ ਸੰਗੀਨ ਜੁਰਮ ਹੈ। ਕਿ ਇੱਥੇ ਮਾੜਾ ਬੰਦਾ ਜੇ ਕੋਈ ਥੋੜ੍ਹੇ ਜਿਹੇ ਵੀ ਬੰਦੇ ਸਰਦੇ ਬੰਦੇ ਦੇ ਨਾਲ ਅਗਰ ਉਹ ਖਹਿਬੜ ਜਪੈ, ਕਸੂਰ ਭਾਵੇਂ ਉਹ 'ਚ ਹੱਥ ਦਾ ਹੋਵੇ, ਮਾੜੇ ਬੰਦੇ ਦਾ ਨਾ ਹੋਵੇ, ਤੇ ਸਮਝੋ ਅਗਲੇ ਥਾਣੇ ਦੇ ਵਿੱਚ, ਜੇਲ੍ਹਾਂ ਦੇ ਵਿੱਚ ਉਹਦੀ ਛਿੱਲ ਪੱਟ ਦਿੰਦੇ ਨੇ। ਕੋਰਟ ਕਚਹਿਰੀਆਂ ਦੇ ਝਗੜੇ, ਕੋਰਟ ਕਚਹਿਰੀਆਂ ਦੇ ਚੱਕਰ ਉਹ ਵੱਖਰੇ ਹੁੰਦੇ ਨੇ। ਕਿ ਇੱਕ ਪਾਸੇ ਕਾਨੂੰਨ ਐਸਾ ਹੈ ਕਿ ਉਹ ਰਾਇਲ ਫੈਮਿਲੀ ਦੀ ਸ਼ਖਸੀਅਤ ਜਿਹੜੀਆਂ ਨੇ ਉਹ ਵੀ ਕਾਨੂੰਨ ਤੋਂ ਅਬਵ ਨਹੀਂ ਸਮਝਦੀਆਂ ਕਿ ਕੋਈ ਚੀਜ਼ ਵੀ ਉੱਥੇ ਅਬਵ ਦੀ ਲਾ ਰਹੀ ਹੈ, ਤੇ ਸਾਡੇ ਇੱਥੇ ਲਾ ਹੀ ਕੋਈ ਨਹੀਂ। ਲਾ ਹੈ ਜਿਹੜਾ ਉਹ ਸਿਰਫ ਲਾ ਕਾਲਜਾਂ ਵਿੱਚ ਪੜ੍ਹਾਇਆ ਜਾਂਦਾ ਹੈ, ਕਾਨੂੰਨ ਹੈ ਜਿਹੜਾ ਸਿਰਫ PLD ਦੇ ਵਿੱਚ ਲੱਭਦਾ ਹੈ, ਤੇ ਬਾਕੀ ਕਾਨੂੰਨ ਜੇ ਤੁਸੀਂ ਅਮਲੀ ਤੌਰ 'ਤੇ ਲੱਭੋ ਤੇ ਸਮਝੋ ਕਾਨੂੰਨ ਸਾਡੇ ਹਾਂ ਉਹ ਮੋਮ ਦੀ ਨੱਕ ਹੈ, ਜਿਹਨੂੰ ਵੱਡੇ ਲੋਕ ਐਂ ਚਾਹਣ ਤੇ ਐਂ ਮਰੋੜ ਦੇਣ, ਐਂ ਚਾਹਣ ਤੇ ਐਂ ਮਰੋੜ ਦੇਣ। ਜਦ ਤੱਕ ਕਿਸੇ ਵੀ ਮੁਲਕ ਦੇ ਵਿੱਚ ਇਨਸਾਫ ਨਹੀਂ ਹੁੰਦਾ, ਕਾਨੂੰਨ ਨਹੀਂ ਹੁੰਦਾ, ਤੇ ਬਾਕੀ ਰਹਿ ਜਾਂਦੀ ਹੈ ਲਾ ਕਾਨੂੰਨੀਅਤ। ਉਹ ਕਹਿੰਦੇ ਨੇ ਨਾ, ਇੱਕ ਵਾਰੀ ਕਿਸੇ ਨੇ ਚਰਚਲ ਤੋਂ ਗਲਤੀ ਨਾਲ ਪੁੱਛਿਆ ਹੈਗਾ ਜਨਾਬ ਅਸੀਂ ਇਹ ਜੰਗ ਜਿੱਤ ਜਾਵਾਂਗੇ, ਉਹਨੇ ਕਿਹਾ ਜਨਾਬ ਕਾਨੂੰਨ ਮਹਿਫੂਜ਼ ਹੈ। ਉਹ ਕਹਿੰਦਾ ਜਨਾਬ ਚੰਗਾ ਭਲਾ ਠੋਕ ਵਜਾ ਕੇ ਮਹਿਫੂਜ਼ ਹੈ। ਉਹ ਕਹਿੰਦਾ ਫਿਰ ਅਸੀਂ ਜੰਗ ਜਿੱਤ ਜਾਵਾਂਗੇ। ਇੱਕ ਹੋਰ ਵੀ ਉਹਨੇ ਗੱਲ ਕੀਤੀ ਕਿ ਤੁਸੀਂ ਮੈਨੂੰ ਚੰਗੀਆਂ ਮਾਵਾਂ ਦਿਓ ਤੇ ਮੈਂ ਤੁਹਾਨੂੰ ਜਿਹੜਾ ਹੈ ਇੱਕ ਇਨਸਾਫ ਦਾ ਜਿਹੜਾ ਇੱਕ ਸਮਾਜ ਹੈ ਉਹ ਦਿਆਂਗਾ, ਜੰਗ ਵਿੱਚੋਂ ਜਿਤਾ ਕੇ ਛੱਡਾਂਗਾ। ਸਾਡੇ ਹਾਂ ਕੀ ਹੈ ਕਿ ਜੋ ਕੁਝ ਵੀ ਹੈ ਕਿ ਤੁਸੀਂ ਕਾਨੂੰਨ ਦੀ ਕੋਈ ਕਿਤਾਬ ਚੁੱਕ ਲਓ, ਕਾਨੂੰਨ ਦੇ ਕਿਸੇ ਰਖਵਾਲੇ ਨੂੰ ਮਿਲ ਲਓ, ਤੁਹਾਨੂੰ ਇੰਜ ਲੱਗੇਗਾ ਕਿ ਦੁਨੀਆ ਦਾ ਹਰ ਇਨਸਾਫ, ਦੁਨੀਆ ਦਾ ਹਰ ਕਾਨੂੰਨ ਸਾਡੇ ਇਸ ਰਾਇਜ ਕਾਨੂੰਨ ਦੇ ਵਿੱਚ ਮੌਜੂਦ ਹੈ। ਤੇ ਅਮਲੀ ਤੌਰ ਤੇ ਕੀ ਹੁੰਦਾ ਹੈ, ਇਹ ਜ਼ਰਾ ਤੁਸੀਂ ਕਿਸੇ ਕੌਂਸਲਰ ਸਾਹਿਬ ਦੇ ਬੂਹੇ ਅੱਗੋਂ ਟੱਪਣ ਲੱਗੇ, ਤੁਹਾਨੂੰ ਗਲਤੀ ਨਾਲ ਵੀ ਖੰਘ ਆ ਜਾਏ
ਤੇ ਪਤਾ ਉਦੋਂ ਲੱਗੇਗਾ ਜਦੋਂ ਥਾਣੇ ਜਾ ਕੇ ਉਹ ਤੁਹਾਡਾ ਅੰਦਰੋਂ ਸਾਰਾ ਕੁਝ ਕੱਢ ਕੇ ਖੰਘ ਦੇ ਵਿੱਚੋਂ ਜਿਹੜਾ ਹੈ ਨਾ ਆਪਣੇ ਫੇਫੜੇ ਹੋਣ, ਗੁਰਦੇ ਹੋਣ, ਅੰਤੜੀਆਂ ਹੋਣ, ਉਹ ਕੱਢ ਕੇ ਪਰਾਂ ਮਾਰਨਗੇ। ਤੇ ਬਸ ਫਿਰ ਛਤਰੌਲ ਜਿਹੜੀ ਹੈ ਉਹ ਤੁਹਾਨੂੰ ਇੰਨੀ ਕੁ ਫੇਰੀ ਜਾਏਗੀ ਕਿ ਤੁਸੀਂ ਕਾਨੂੰਨ ਭੁੱਲ ਜਾਓਗੇ, ਖੰਘਣਾ ਭੁੱਲ ਜਾਓਗੇ। ਖੰਘਣਾ ਕੀ ਭੁੱਲਣਾ, ਤੁਸੀਂ ਸਾਹ ਲੈਣਾ ਭੁੱਲ ਜਾਓਗੇ। ਤੇ ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਮੈਨੂੰ ਤੇ ਕੋਈ ਸਮਝ ਨਹੀਂ। ਤੁਹਾਨੂੰ ਹੈ ਜੇ, ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ।